ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੇਵਡ ਆਖਾਂ ਸੱਚ ਸੱਚੇ ਪਾਇਆ, ਕੇਵਡ ਹੋਆ ਪੌਣ ਫਿਰੈ ਚਉਵਾਇਆ। ਚੰਦਨ ਵਾਸ ਨਿਵਾਸ ਬਿਰਖ ਬੋਹਾਇਆ, ਖਹਿ ਖਹਿ ਵੰਸ ਗਵਾਏ ਵਾਂਸ ਜਲਾਇਆ। ਸ਼ਿਵ ਸਕਤੀ ਸਹਿ ਲੰਗ ਅੰਗ ਜਣਾਇਆ। ਕੋਇਲ ਕਾਉ ਨਿਆਉ ਬਚਨ ਸੁਣਾਇਆ। ਖਾਣੀ ਬਾਣੀ ਚਾਰ ਸਾਹ ਗਣਾਇਆ। ਪੰਜ ਸ਼ਬਦ ਪਰਵਾਣ ਨੀਸਾਨ ਬਜਾਇਆ। ਪੰਜ ਸ਼ਬਦ ਪਰਵਾਣ ਨੀਸਾਨ ਬਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰਗੱਦੀ 'ਤੇ ਬਿਰਾਜਮਾਨ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਸਾਧ ਸੰਗਤ ਜੀਓ, ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਦੀ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਆਪ ਜੀ ਨਿਤਾ ਪ੍ਰਤੀ ਸਰਵਣ ਕਰਦੇ ਹੋ। 22ਵੀਂ ਵਾਰ ਦੀ 5ਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ 5ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਸੱਚੇ ਦੀ ਕੁਦਰਤ ਕਿੱਡੀ ਕੁ ਵੱਡੀ ਹੈ, ਉਹ ਕਿੱਡਾ ਕੁ ਵੱਡਾ ਹੈ, ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਔਰ ਨਾਲ ਹੀ ਦੱਸਿਆ ਹੈ, ਤਮੋ ਗੁਣੀ ਵਾਲੇ ਬੰਦੇ ਅਤੇ ਸਤੋ ਗੁਣੀ ਵਾਲੇ ਜਿਹੜੇ ਬੰਦੇ ਹੈ, ਉਹ ਦੁੱਖ ਸੁੱਖ ਪਾਉਂਦੇ ਹੈ। ਪਰਮਾਤਮਾ ਨੇ ਚਾਰੇ ਖਾਣੀਆਂ ਦੇ ਜਿਹੜੇ ਜੀਵ ਹਨ, ਇਹਨਾਂ ਦੇ ਵਿੱਚ ਸਾਹ ਗਿਣ ਕੇ ਪਾਏ ਹੈ, ਅਤੇ ਜਦੋਂ ਪੂਰੇ ਹੋ ਜਾਂਦੇ ਹੈ ਸੰਸਾਰ ਤੋਂ ਤੁਰ ਜਾਂਦੇ ਹਨ। ਸੋ ਆਓ ਭਾਈ ਗੁਰਦਾਸ ਦੀ ਬਾਣੀ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਕੇਵਡ ਆਖਾਂ ਸੱਚ ਸੱਚੇ ਪਾਇਆ। ਭਾਈ ਗੁਰਦਾਸ ਜੀ ਫਰਮਾਨ ਕਰਦੇ ਹੈ ਵੀ ਮੈਂ ਸੱਚ ਨੂੰ ਕਿੱਡਾ ਕੁ ਵੱਡਾ ਆਖਾਂ ਜੋ ਸੱਚੇ ਨੂੰ ਭਾ ਜਾਵੇ। ਭਾਵ ਜਿਹੜਾ ਸੱਚ ਹੈ, ਸੱਚਾ ਪਰਮੇਸ਼ਰ ਹੈ, ਇਹ ਸਾਰੀ ਕੁਦਰਤ ਨੂੰ ਸਾਜਣ ਵਾਲਾ, ਦੱਸਿਆ ਨਹੀਂ ਜਾ ਸਕਦਾ ਵੀ ਉਹ ਕਿੱਡਾ ਕੁ ਵੱਡਾ ਹੈ। ਕਿੱਡਾ ਕੁ ਵੱਡਾ ਉਸ ਨੂੰ ਆਖ ਕੇ ਬਿਆਨ ਕਰਾਂ। ਸੱਚੇ ਪਾਇਆ, ਜੋ ਸੱਚੇ ਅਕਾਲ ਪੁਰਖ ਨੂੰ ਪਾਉਂਦਾ ਹੈ। ਕੇਵਡ ਹੋਆ ਪੌਣ
ਫਿਰੈ ਚਉਵਾਇਆ। ਜੋ ਪੌਣ ਉਸਨੇ ਬਣਾਇਆ ਹੈ ਉਹ ਕਿੱਡਾ ਕੁ ਵੱਡਾ ਹੋਇਆ ਹੈ। ਫਿਰੈ ਚਉਵਾਇਆ, ਜੋ ਚਾਰੇ ਪਾਸੇ ਫਿਰਦਾ ਹੈ। ਕਿਤੇ ਹਨੇਰੀਆਂ ਦੇ ਰੂਪ ਵਿੱਚ, ਝੱਖੜ ਦੇ ਰੂਪ ਦੇ ਵਿੱਚ, ਕਿਤੇ ਉੱਦਾਂ ਹੀ ਇਹ ਪੌਣ ਚੱਲ ਰਹੀ ਹੈ। ਤੋ ਜਿਹੜਾ ਇਹ ਪੌਣ ਹੈ ਇਹ ਕਿੱਡਾ ਕੁ ਵੱਡਾ ਦੱਸਾਂ। ਇਹ ਵੀ ਨਹੀਂ ਦੱਸਿਆ ਜਾ ਸਕਦਾ ਵੀ ਇਹ ਕਿੱਡਾ ਕੁ ਵੱਡਾ ਹੈ। ਚਾਰੇ ਪਾਸੇ ਇਹ ਵਗ ਰਿਹਾ ਹੈ। ਚੰਦਨ ਵਾਸ ਨਿਵਾਸ ਬਿਰਖ ਬੋਹਾਇਆ। ਚੰਦਨ ਦੇ ਵਿੱਚ ਪਰਮਾਤਮਾ ਨੇ ਸੁਗੰਧੀ ਦਾ ਵਾਸ ਕੀਤਾ ਹੈ। ਚੰਦਨ ਵਾਸ ਨਿਵਾਸ, ਵਾਸ ਦਾ ਮਤਲਬ ਖੁਸ਼ਬੂ, ਨਿਵਾਸ ਉਹਦੇ ਵਿੱਚ ਵਾਸਾ। ਜਿਹੜਾ ਚੰਦਨ ਹੈ ਉਹਦੇ ਵਿੱਚ ਸੁਗੰਧੀ ਦਾ ਵਾਸਾ ਹੈ। ਬਿਰਖ ਬੋਹਾਇਆ, ਜਿਸ ਦੇ ਨਾਲ ਹੋਰ ਸਾਰੇ ਆਲੇ ਦੁਆਲੇ ਦੇ ਦਰਖਤ ਉਹ ਸੁਗੰਧਿਤ ਹੋ ਜਾਂਦੇ ਹੈ। ਜਦੋਂ ਹਵਾ ਚੱਲਦੀ ਹੈ ਅਤੇ ਚੰਦਨ ਨੂੰ ਸਪਰਸ਼ ਕਰਦੀ ਹੈ, ਹੋਰ ਜਿਹੜੇ ਦਰਖਤ ਨੇ, ਬਨਸਪਤੀ ਹੈ, ਉਹ ਵੀ ਚੰਦਨ ਵਰਗੀ ਸੁਗੰਧਿਤ ਹੋ ਜਾਂਦੀ ਹੈ। ਉਹਦੇ ਵਿੱਚੋਂ ਵੀ ਚੰਦਨ ਵਰਗੀ ਖੁਸ਼ਬੂ ਆਉਣ ਲੱਗ ਪੈਂਦੀ ਹੈ। ਇੱਥੋਂ ਤੱਕ ਜਿਹੜਾ ਚੰਦਨ ਹੈ ਉਹ ਜ਼ਹਿਰੀਲੇ ਸੱਪਾਂ ਨੂੰ ਵੀ ਠੰਡਕ ਦਿੰਦਾ ਹੈ। ਖਹਿ ਖਹਿ ਵੰਸ ਗਵਾਏ ਵਾਂਸ ਜਲਾਇਆ। ਭਾਈ ਗੁਰਦਾਸ ਜੀ ਕਹਿੰਦੇ ਨੇੜੇ ਹੀ ਜੰਗਲ ਵਿੱਚ ਜਿੱਥੇ ਚੰਦਨ ਉੱਥੇ ਵਾਂਸ ਹੁੰਦੇ ਹੈ। ਅਤੇ ਜਦੋਂ ਹਵਾ ਚੱਲਦੀ ਹੈ ਵਾਂਸ ਆਪਸ ਵਿੱਚ ਖਹਿੰਦੇ ਹੈ। ਅੱਗ ਦੀ ਚੰਗਿਆੜੀ ਪ੍ਰਗਟ ਹੁੰਦੀ ਹੈ ਅਤੇ ਸਾਰੇ ਜੰਗਲ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਖਹਿ ਖਹਿ ਵੰਸ ਗਵਾਏ ਵਾਂਸ ਜਲਾਇਆ। ਵਾਂਸ ਜਿਹੜਾ ਨਾ ਜਿੱਥੇ ਆਪ ਸੜਦਾ ਹੈ, ਵਾਂਸ ਆਪੋ ਵਿੱਚ ਖਹਿ ਕੇ ਆਪਣੀ ਹੀ ਕੁਲ ਦਾ, ਆਪਣੀ ਹੀ ਵੰਸ਼ ਦਾ ਨਾਸ਼ ਕਰਦੇ ਹੈ। ਆਪਣੀ ਜਿਹੜੇ ਭਰਾ ਹੁੰਦੇ ਹੈ, ਸਾਰੀ ਬਨਸਪਤੀ ਜੰਗਲ ਦੀ ਸਾਰੀ ਨੂੰ ਹੀ ਸਾੜ ਦਿੰਦੇ ਹੈ। ਸੋ ਇਸੇ ਤਰ੍ਹਾਂ ਜਿਹੜੇ ਤਮੋਗੁਣੀ ਲੋਕ ਹੈ ਨਾ, ਤਮੋਗੁਣੀ ਸੁਭਾਅ ਵਾਲੇ ਵਾਂਸ ਵਰਗੇ, ਉਹ ਆਪੋ ਵਿੱਚ ਖਹਿ ਕੇ ਲੜਦੇ ਮਰਦੇ ਹੈ ਅਤੇ ਆਪਣੀ ਹੀ ਕੁਲ ਦਾ ਨਾਸ਼ ਕਰ ਲੈਂਦੇ ਹੈ। ਜਿਵੇਂ ਵਾਂਸ ਆਪਸ ਵਿੱਚ ਖਹਿ ਕੇ ਆਪ ਤਾਂ ਸੜਦੇ ਹੀ ਹੈ ਅਤੇ ਸਾਰੇ ਜੰਗਲ ਨੂੰ ਸਾੜ ਦਿੰਦੇ ਹੈ। ਤਮੋਗੁਣੀ ਲੋਕ ਵੀ ਇੱਦਾਂ ਦੇ ਹੀ ਹੁੰਦੇ ਹੈ। ਉਹ ਆਪੋ ਵਿੱਚ ਖਹਿੰਦੇ ਲੜਦੇ ਹੈ ਅਤੇ ਸਾਰੀ ਆਪਣੀ ਵੰਸ਼ ਨੂੰ ਖਤਮ ਕਰ ਦਿੰਦੇ ਹੈ। ਸਿਵ ਸਕਤੀ ਸਹਿਲੰਗ ਅੰਗ ਜਣਾਇਆ। ਸ਼ਿਵ ਸ਼ਕਤੀ, ਸ਼ਿਵ ਦਾ ਭਾਵ ਹੁੰਦਾ ਕਲਿਆਣ ਸਰੂਪ, ਅਤੇ ਸ਼ਕਤੀ ਜੋ ਮਾਇਆ ਹੈ। ਇੱਥੇ ਭਾਵ ਅਰਥ ਹੈ ਸ਼ਿਵ ਤੋਂ ਭਾਵ ਜਿਹੜੇ ਸਤੋ ਗੁਣੀ ਨੇ, ਔਰ ਸ਼ਕਤੀ ਜਿਹੜੇ ਤਮੋ ਗੁਣੀ ਨੇ। ਇਹ ਆਪੋ ਆਪਣਾ ਅੰਗ ਦਾ ਅਰਥ ਗੁਣ ਦੱਸਦੇ ਹੈ। ਸ਼ਿਵ ਸ਼ਕਤੀ ਮਿਲ ਕੇ ਆਪੋ ਆਪਣਾ ਗੁਣ ਦੱਸਦੇ ਹੈ। ਸਤੋ ਗੁਣੀ ਲੋਕਾਂ ਦਾ ਸੁਭਾਅ ਵੱਖਰਾ ਹੈ, ਤਮੋ ਗੁਣੀ ਲੋਕਾਂ ਦਾ ਵੱਖਰਾ ਹੈ। ਜਿਹੜੀਆਂ ਉਤਲੀਆਂ ਦੋ ਪੰਕਤੀਆਂ ਵਿੱਚ ਭਾਈ ਗੁਰਦਾਸ ਨੇ ਜ਼ਿਕਰ ਕੀਤਾ ਚੰਦਨ ਦਾ ਅਤੇ ਵਾਂਸ ਦਾ। ਸ਼ਿਵ ਕੀ ਹੈ? ਚੰਦਨ, ਚੰਦਨ ਦੀ ਸੀਤਲਤਾ, ਉਹਦੀ ਠੰਡਕ, ਅਤੇ ਸ਼ਕਤੀ ਤੋਂ ਭਾਵ ਹੈ ਵਾਂਸ, ਉਹ ਖਹਿੰਦਾ ਹੈ, ਸਾਰਿਆਂ ਨੂੰ ਸਾੜਦਾ ਹੈ। ਸੋ ਸ਼ਿਵ ਅਤੇ ਸ਼ਕਤੀ, ਸਤੋ ਗੁਣੀ ਲੋਕ ਅਤੇ ਤਮੋ ਗੁਣੀ ਲੋਕ, ਇਹ ਮਿਲ ਕੇ ਆਪੋ ਆਪਣਾ ਗੁਣ ਦੱਸਦੇ ਹੈ। ਸਤੋ ਗੁਣੀ ਸਾਰਿਆਂ ਨੂੰ ਚੰਗੇ ਲੱਗਦੇ ਹੈ, ਲੜਾਈ ਝਗੜੇ ਨਹੀਂ ਕਰਦੇ। ਤਮੋ ਗੁਣੀ ਹੈ, ਉਹ ਝਗੜਿਆਂ ਵਿੱਚ ਪੈ ਰਹਿੰਦੇ, ਆਪ ਵੀ ਖਪਦੇ ਮਰਦੇ ਹੈ ਅਤੇ ਹੋਰਾਂ ਨੂੰ ਵੀ ਦੁੱਖ ਦਿੰਦੇ ਹੈ। ਕੋਇਲ ਕਾਹੋ ਨਿਆਓ ਬਚਨ ਸੁਣਾਇਆ। ਭਾਈ ਗੁਰਦਾਸ ਜੀ ਫਰਮਾਉਂਦੇ ਇੱਕ ਕੋਇਲ ਅਤੇ ਦੂਜਾ ਕਾਂ।
ਇਹਨਾਂ ਦਾ ਜਿਹੜਾ ਨਿਰਣਾ ਨਾ, ਨਿਆਓ ਨਿਰਣਾ ਹੈ, ਉਹ ਇਹਨਾਂ ਦੇ ਬੋਲਣ ਤੋਂ ਹੁੰਦਾ ਹੈ। ਉੱਦਾਂ ਦੋਵੇਂ ਹੀ ਕਾਲੇ ਰੰਗ ਦੇ ਨੇ, ਕੋਇਲ ਵੀ ਕਾਲੀ ਹੈ, ਕਾਂ ਵੀ ਕਾਲਾ ਹੈ, ਪਰ ਜਦੋਂ ਇਹ ਬੋਲਦੇ ਹੈ ਤਾਂ ਇਹਨਾਂ ਦੀ ਬੋਲੀ ਤੋਂ ਪਛਾਣ ਹੋ ਜਾਂਦੀ ਹੈ। ਦੂਰ ਕੋਇਲ ਅਤੇ ਦੂਰ ਕਾਂ ਬੈਠਾ ਹੋਵੇ, ਦੂਰੋਂ ਪਛਾਣਨੇ ਔਖੇ ਹੋ ਜਾਂਦੇ ਹੈ, ਪਰ ਜਦੋਂ ਬੋਲਦੇ ਹੈ ਝੱਟ ਹੀ ਪਤਾ ਲੱਗ ਜਾਂਦਾ ਹੈ। ਕੋਇਲ ਬੋਲਦੀ ਹੋਈ ਸਾਰਿਆਂ ਨੂੰ ਪਿਆਰੀ ਲੱਗਦੀ ਹੈ, ਚੰਗੀ ਲੱਗਦੀ ਹੈ, ਮਿਠਾਸ ਭਰੀ ਉਹਦੀ ਆਵਾਜ਼ ਹੈ। ਅਤੇ ਕਾਂ ਜਿਹੜਾ ਹੈ ਉਹ ਵਿਅਰਥ ਹੀ ਕਾਂ ਕਾਂ ਕਰੀ ਜਾਂਦਾ, ਬੋਲਦਾ, ਕਿਸੇ ਨੂੰ ਚੰਗਾ ਨਹੀਂ ਲੱਗਦਾ, ਭੈੜਾ ਲੱਗਦਾ ਹੈ। ਤੋ ਇਸੇ ਤਰ੍ਹਾਂ ਜਿਹੜੇ ਕੋਇਲ ਵਰਗੇ ਮਿਠਾਸ ਭਰੇ ਬੋਲ ਬੋਲਦੇ ਹੈ ਉਹ ਸਾਰਿਆਂ ਨੂੰ ਹੀ ਚੰਗੇ ਲੱਗਦੇ ਹੈ, ਅਤੇ ਜਿਹੜੇ ਕਾਵਾਂ ਵਾਂਗ ਖੱਪ ਪਾਉਂਦੇ ਰਹਿੰਦੇ ਹੈ ਬਿਨਾਂ ਹੀ ਗੱਲੋਂ, ਉਹ ਕਿਸੇ ਨੂੰ ਵੀ ਚੰਗੇ ਨਹੀਂ ਲੱਗਦੇ। ਇਸ ਲਈ ਬੋਲੀ ਵਿੱਚ ਬੰਦਾ ਮਿਠਾਸ ਲਿਆਵੇ। ਬੋਲਾਂ ਤੋਂ ਪ੍ਰਗਟ ਹੋ ਜਾਂਦਾ ਹੈ ਇਹ ਬੰਦਾ ਕਿੱਡੀ ਕੁ ਲਿਆਕਤ ਦਾ ਮਾਲਕ ਹੈ, ਇਹ ਬੰਦੇ ਵਿੱਚ ਗੁਣ ਕੀ ਹਨ, ਬੋਲੀ ਤੋਂ ਪਤਾ ਲੱਗ ਜਾਂਦਾ ਹੈ। ਅੱਗੇ ਜ਼ਿਕਰ ਆ ਜਾਵੇਗਾ, ਭਾਈ ਗੁਰਦਾਸ ਨੇ ਉਹ ਜ਼ਿਕਰ ਕੀਤਾ ਹੈ, ਉਹ ਗਿੱਦੜ ਦਾ ਜਿਹੜਾ ਨਿਲਾਰੀ ਦੇ ਮੱਟ 'ਚ ਪੈ ਕੇ ਰੰਗਿਆ ਗਿਆ ਸੀ, ਕਹਿੰਦਾ ਸੀ ਨੀਲਕੰਠ ਸ਼ੇਰ ਹੁੰਨੇ ਆ, ਪਰ ਜਦੋਂ ਗਿੱਦੜ ਬੋਲੇ ਤੇ ਉਹ ਵੀ ਬੋਲਣ ਲੱਗ ਪਿਆ, ਉਹਦਾ ਭਾਅ ਉਗੜ ਗਿਆ ਸੀ। ਨੀਲਾਰੀ ਦੇ ਮੱਟ ਵਿੱਚ ਪੈ ਗਿੱਦੜ ਰੱਤਾ, ਜੰਗਲ ਅੰਦਰ ਜਾਏ ਕਹਿ ਪਾਖੰਡ ਕਮੱਤਾ, ਦਰ ਸੇਵੇ ਮਿਰਗਾਵਲੀ ਹੋਏ ਬਹਿ ਅਵੱਤਾ, ਬੋਲਣ ਪਾਜ ਉਘਾੜਿਆ ਜਿਉ ਮੂਲੀ ਪੱਤਾ। ਅਤੇ ਜਦੋਂ ਬੋਲਿਆ ਫਿਰ ਸ਼ੇਰ ਨੇ ਝੱਟ ਹੀ ਪੰਜਾ ਮਾਰ ਕੇ ਮਾਰ ਦਿੱਤਾ। ਤੋ ਬੋਲਣ ਦੇ ਨਾਲ ਪਤਾ ਲੱਗ ਜਾਂਦਾ ਹੈ। ਕਾਂ ਕਿਸੇ ਨੂੰ ਬੋਲਦਾ ਚੰਗਾ ਨਹੀਂ ਲੱਗਦਾ, ਕੋਇਲ ਸਾਰਿਆਂ ਨੂੰ ਪਿਆਰੀ ਲੱਗਦੀ ਹੈ। ਕੋਇਲ ਕਾਕੋ ਦੇਤ ਹੈ, ਕਾਗਾ ਕਾਸੇ ਲੇਤ, ਮੀਠੇ ਮੀਠੇ ਬਚਨ ਕਹਿ ਸਭ ਕੋ ਮਨ ਹਿਰ ਲੇਤ। ਇਹ ਕਿਤਾਬਾਂ ਵਿੱਚ ਦੋਹਰਾ ਹੁੰਦਾ ਸੀ ਜਦੋਂ ਪੜ੍ਹਦੇ ਸਾਂ ਵੀ ਕਾਂ ਕਿਸੇ ਤੋਂ ਕੀ ਲੈਂਦਾ ਹੈ, ਚੰਗਾ ਨਹੀਂ ਲੱਗਦਾ, ਅਤੇ ਕੋਇਲ ਕਿਸੇ ਨੂੰ ਕੀ ਦਿੰਦੀ ਹੈ। ਕਹਿੰਦੇ ਕੋਇਲ ਜਿਹੜੀ ਹੈ ਮਿੱਠੇ ਮਿੱਠੇ ਬੋਲ ਕਹਿ ਕੇ ਸਾਰਿਆਂ ਦਾ ਮਨ ਮੋਹ ਲੈਂਦੀ ਹੈ। ਸੋ ਬੋਲੀ ਤੋਂ ਜਿਹੜੀ ਹੈ ਉਹ ਪਛਾਣ ਹੋ ਜਾਂਦੀ ਹੈ ਬੰਦਾ ਸਤੋ ਗੁਣੀ ਹੈ ਕਿ ਤਮੋ ਗੁਣੀ ਹੈ। ਖਾਣੀ ਬਾਣੀ ਚਾਰ ਸਾਹ ਗਣਾਇਆ, ਪਰਮਾਤਮਾ ਨੇ ਚਾਰ ਖਾਣੀਆਂ ਦੀ ਬਣਤ ਬਣਾਈ ਹੈ। ਖਾਣੀ ਬਾਣੀ, ਬਾਣੀ ਦਾ ਅਰਥ ਬਾਣੀ ਵੀ ਹੁੰਦਾ, ਚਾਰ ਬਾਣੀਆਂ ਨੇ, ਪਰਾ ਪਸੰਤੀ ਮੱਧਮਾ ਬੈਖਰੀ, ਪਰ ਇੱਥੇ ਬਾਣੀ ਦਾ ਅਰਥ ਹੈ ਬਣਤਰ। ਖਾਣੀ ਬਾਣੀ ਚਾਰ, ਸੋ ਚਾਰ ਖਾਣੀਆਂ ਦੀ ਬਣੌਤ ਪਰਮਾਤਮਾ ਨੇ ਕੀਤੀ ਹੈ। ਸਾਹ ਗਣਾਇਆ, ਅਤੇ ਇਹਨਾਂ ਦੇ ਵਿੱਚ ਸਾਹ ਗਿਣ ਕੇ ਪਾਏ ਹੈ। ਚਾਰ ਖਾਣੀਆਂ ਦੇ ਜਿਹੜੇ ਜੀਵ ਹਨ ਰੱਬ ਜੀ ਨੇ ਸਵਾਸ ਗਿਣ ਕੇ ਪਾਏ ਹੈ। ਓਨੇ ਹੀ ਸਾਹ ਲੈਂਦਾ ਬੰਦਾ ਜਿੰਨੇ ਰੱਬ ਨੇ ਪਾ ਦਿੱਤੇ ਹੈ, ਇੱਕ ਸਾਹ ਵੀ ਨਾ ਵਧਣਾ ਅਤੇ ਨਾ ਘਟਣਾ। ਗੁਰੂ ਬਾਬਾ ਜੀ ਦੀ ਬਾਣੀ ਦਾ ਬਚਨ ਹੈ, ngਣ ਘਾਲੇ ਸਭ ਦਿਵਸ ਸਾਸ, ਨਹਿ ਵੱਢਨ ਘਟਨ ਤਿਲ ਸਾਰ, ਜੀਵਨ ਲੋ ਰਹਿ ਭਰਮ ਮੋਹ, ਨਾਨਕ ਤੇਊ ਗਵਾਰ। ਪਾਤਸ਼ਾਹ ਜੀ ਕਹਿੰਦੇ ngਣ ਘਾਲੇ ਸਭ ਦਿਵਸ ਸਾਸ, ਦਿਨ ਅਤੇ ਸਵਾਸ ਜਿਹੜੇ ਆ ਉਹ ਗਿਣ ਕੇ ਘੱਲੇ ਪਰਮਾਤਮਾ ਨੇ, ਇਹ ਵੱਧ ਘੱਟ ਨਹੀਂ ਸਕਦੇ। ਅਤੇ ਜਿਹੜੇ ਉਹ ਤੋਂ ਵੱਧ ਜਿਉਣਾ ਲੋਚਦੇ ਹੈ, ਨਾਨਕ ਤੇਊ ਗਵਾਰ। ਪਾਤਸ਼ਾਹ ਜੀ ਕਹਿੰਦੇ ਉਹ ਤੇ ਗਵਾਰ ਹਨ, ਬੇਸਮਝ ਹਨ। ਸੋ ਇਹ ਜਿਹੜੇ ਚਾਰ ਖਾਣੀਆਂ ਦੇ ਜੀਵ ਹਨ, ਚਾਰ ਖਾਣੀਆਂ ਦੀ ਬਣਤਰ ਜੋ ਰੱਬ ਨੇ ਬਣਾਈ ਹੈ, ਇਹਨਾਂ ਵਿੱਚ ਸਾਹ ਗਿਣ ਕੇ ਪਾਏ ਹੈ। ਪੰਜ ਸ਼ਬਦ ਪਰਵਾਣ ਨੀਸਾਨ ਬਜਾਇਆ, ਜੋ ਪੰਜ ਸ਼ਬਦ ਹਨ ਇਹੀ ਪ੍ਰਵਾਨ ਹਨ, ਅਤੇ
ਜਦੋਂ ਬੰਦਗੀ ਕਰਨ ਵਾਲਾ ਸਿਮਰਨ ਕਰਦਾ ਹੋਇਆ ਉਹਦੇ ਵਿੱਚ ਅਭੇਦ ਹੁੰਦਾ ਹੈ, ਤਾਂ ਫਿਰ ਜਿਹੜਾ ਹੈ ਨਾ ਇਹ ਪੰਜ ਸ਼ਬਦ ਪ੍ਰਗਟ ਹੁੰਦੇ ਹੈ। ਇਹਨਾਂ ਦਾ ਵੱਜਣਾ ਜਿਹੜਾ ਨਾ ਨਿਸ਼ਾਨ ਉਹ ਪ੍ਰਗਟ ਹੋ ਜਾਂਦਾ ਹੈ। ਸੋ ਪਰਮੇਸ਼ਰ ਦੀ ਰਚਨਾ ਦੀ ਗੱਲ ਕੀਤੀ ਹੈ ਇਸ ਪੌੜੀ ਵਿੱਚ ਭਾਈ ਗੁਰਦਾਸ ਜੀ ਨੇ ਕਿ ਬੰਦਾ ਭਲਾ ਬੁਰਾ ਉਹ ਬੋਲੀ ਤੋਂ ਪਛਾਣਿਆ ਜਾਂਦਾ ਹੈ। ਸ਼ਬਦ ਦੋ ਤਰ੍ਹਾਂ ਦਾ ਹੁੰਦਾ ਹੈ, ਆਹਤ ਅਤੇ ਅਨਾਹਤ। ਆਹਤ ਜੋ ਇੱਥੇ ਪ੍ਰਕਿਰਤੀ ਦੇ ਵਿੱਚ ਹੈ, ਜੋ ਜੀਵਾਂ ਦਾ ਵਰਤਣ ਵਿਹਾਰ ਹੈ, ਔਰ ਇੱਥੇ ਇਹ ਪੰਜ ਤਰ੍ਹਾਂ ਦਾ ਹੈ। ਅਤੇ ਜਦੋਂ ਵਿਗਿਆਨ ਦੇ ਆਸਰੇ ਉਸੇ ਸ਼ਬਦ ਨੂੰ ਪਰਖਿਆ ਜਾਂਦਾ ਹੈ ਅਤੇ ਫਿਰ 7 ਸੁਰਾਂ ਉਸ ਸ਼ਬਦ ਦੀਆਂ ਹਨ। 7 ਸੁਰਾਂ ਦੇ ਰਾਹੀਂ ਉਹ ਸ਼ਬਦ ਜਿਹੜਾ ਨਾ ਪ੍ਰਗਟ ਹੁੰਦਾ ਹੈ। ਅਨਾਹਤ ਸ਼ਬਦ ਜੋ ਹੈ ਇਹ ਆਤਮਾ ਤੋਂ ਹੈ। ਇਹ ਬਾਹਰ ਜੋ ਬੋਲ ਆਪਾਂ ਬੋਲਦੇ ਹਾਂ ਇਹ ਉਹ ਸ਼ਬਦ ਨਹੀਂ ਹੁੰਦਾ। ਅਤੇ ਅਨਾਹਤ ਸ਼ਬਦ ਇਹ ਨਾ ਹੀ ਕੰਨਾਂ ਦਾ ਵਿਸ਼ਾ, ਨਾ ਹੀ ਇਹ ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ। ਸੋ ਇਹ ਵਾਹਿਗੁਰੂ ਦੇ ਸਿਮਰਨ ਦੇ ਨਾਲ ਹੀ ਉਸ ਨੂੰ ਸੁਣਿਆ ਜਾਂਦਾ ਹੈ। ਪ੍ਰਭ ਕੈ ਸਿਮਰਨ ਅਨਹਦ ਝੁਨਕਾਰ, ਉਸ ਦੇ ਸੁਣਨ ਦਾ ਤਰੀਕਾ ਹੈ ਰੱਬ ਦਾ ਸਿਮਰਨ ਕਰਨਾ। ਪਹਿਲਾਂ ਇਹ ਪੰਜ ਤਰ੍ਹਾਂ ਦਾ ਹੁੰਦਾ ਹੈ, ਫਿਰ ਸ਼ਬਦ ਜਿਹੜਾ ਨਾ ਬ੍ਰਹਮ ਦੀ ਏਕਤਾ ਦੇ ਵਿੱਚ, ਉੱਥੇ ਨਿਰੰਕਾਰ ਦੇ ਵਿੱਚ ਲੈਤਾ ਕਰਾ ਦਿੰਦਾ ਹੈ, ਉਹਦੇ ਵਿੱਚ ਹੀ ਸਿਮਰਨ ਕਰਨ ਵਾਲਾ ਲੀਨ ਹੋ ਜਾਂਦਾ ਹੈ। ਸੋ ਪੰਜ ਸ਼ਬਦ ਜਿਹੜਾ ਇਹ ਪ੍ਰਵਾਨ ਹੈ। ਵਾਹਿਗੁਰੂ ਜੀ ਦੇ ਵਿੱਚ ਅਭੇਦਤਾ ਹੋ ਜਾਂਦੀ ਹੈ। ਸਿਮਰਨ ਵਾਲਾ ਉਹਦੇ ਅੰਦਰ ਹੀ ਇਹ ਪ੍ਰਗਟ ਹੁੰਦਾ ਵੱਜਦਾ ਹੈ। 6ਵੀਂ ਪੌੜੀ ਜਿਹੜੀ ਹੈ ਭਾਈ ਗੁਰਦਾਸ ਜੀ ਇਸ 6ਵੀਂ ਪੌੜੀ ਦੇ ਵਿੱਚ ਅੰਮ੍ਰਿਤ ਬਚਨ ਬਖਸ਼ਿਸ਼ ਕਰਦੇ ਹੈ। ਗੁਰੂ ਕੇ ਸਿੱਖਾਂ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ, ਭਾਈ ਗੁਰਦਾਸ ਸਾਹਿਬ ਜੀ ਜਿਹੜੇ ਜੋਗੀ ਲੋਕ ਨੇ ਨਾ, ਇਹਨਾਂ ਦੇ ਵਿੱਚ ਵੀ ਬਹੁਤ ਸਾਰੇ ਆਪਣੇ ਆਪ ਨੂੰ ਸਾਧ ਸਦਵਾਉਂਦੇ ਹੈ, ਸਾਧੂ ਕਹਾਉਂਦੇ ਹੈ। ਅਤੇ ਜੋਗੀਆਂ ਦੇ ਵਿੱਚ ਜਿਹੜੇ ਸਾਧੂ ਹੁੰਦੇ ਹੈ ਨਾ, ਸਾਨੂੰ ਉਹਨਾਂ ਦੇ ਬਾਰੇ ਦੱਸੋ ਵੀ ਉਹ ਸਾਧੂ ਕਿਵੇਂ ਬਣਦੇ ਹੈ, ਕੀ ਉਹ ਕਰਦੇ ਹੈ, ਅਤੇ ਸਾਧ ਅਖਵਾਉਣ ਤੱਕ ਉਹ ਕਿਵੇਂ ਪੁੱਜਦੇ ਹੈ, ਉੱਥੋਂ ਤੱਕ ਕਿਵੇਂ ਉੱਥੋਂ ਤੱਕ ਪਹੁੰਚਦੇ, ਇਹਦੇ ਬਾਰੇ ਸਾਨੂੰ ਦੱਸੋ। ਤਾਂ ਭਾਈ ਗੁਰਦਾਸ ਜੀ ਜੋ ਜੋਗੀਆਂ ਦੇ ਵਿੱਚ ਸਾਧ ਹਨ, ਉਹਨਾਂ ਦੇ ਲੱਛਣ ਇਸ 6ਵੀਂ ਪੌੜੀ ਵਿੱਚ ਦੱਸਦੇ ਹੈ। ਰਾਗ ਨਾਦ ਸੰਵਾਦ ਗਿਆਨ ਚੇਤਾਇਆ। ਰਾਗ ਅਤੇ ਨਾਦ ਕਹਿੰਦੇ ਨੇ ਸ਼ਬਦ ਨੂੰ, ਸੰਵਾਦ ਜੋ ਚਰਚਾ ਹੈ। ਭਾਈ ਗੁਰਦਾਸ ਜੀ ਕਹਿੰਦੇ ਰਾਗ ਸ਼ਬਦ ਅਤੇ ਜੋ ਚਰਚਾ ਹੈ, ਸਵਾਲ ਜਵਾਬ, ਗਿਆਨ ਚੇਤਾਇਆ, ਇਹ ਪਰਮਾਤਮਾ ਦੇ ਸੰਬੰਧੀ ਗਿਆਨ ਨੂੰ ਚੇਤੇ ਕਰਾਉਂਦੇ ਹੈ। ਜਦੋਂ ਕੋਈ ਰਾਗ ਗਾਉਂਦਾ ਹੈ, ਸ਼ਬਦ ਦੀ ਧੁਨੀ ਕਰਦਾ ਹੈ ਅਤੇ ਚਰਚਾ ਕਰਦਾ ਹੈ, ਇਹ ਜਿਹੜੇ ਤਿੰਨੇ ਨੇ ਰਾਗ, ਨਾਦ ਅਤੇ ਚਰਚਾ, ਇਹ ਰੱਬੀ ਗਿਆਨ ਨੂੰ ਚੇਤੇ ਕਰਾਉਂਦੇ ਹੈ, ਰੱਬੀ ਗਿਆਨ ਦੇ ਵਿੱਚ ਵਾਧਾ ਕਰਦੇ ਹੈ। 9 ਦਰਵਾਜੇ ਸਾਧ ਸਾਧ ਸਦਾਇਆ। ਜਿਹੜੇ 9 ਦਰਵਾਜ਼ੇ ਨੇ, 9 ਗੋਲਕਾਂ ਸਰੀਰ ਦੀਆਂ, ਅੱਖਾਂ, ਨੱਕ, ਕੰਨ, ਮੁਖ, 2 ਮਲ ਮੂਤਰ ਦੇ ਦਰ, ਤੋਂ ਇਹਨਾਂ 9 ਦਰਵਾਜ਼ਿਆਂ ਨੂੰ, 9 ਗੋਲਕਾਂ ਨੂੰ ਸਾਧ ਕੇ, ਮਤਲਬ ਇਹਨਾਂ ਨੂੰ ਸੰਸਾਰ ਵੱਲੋਂ ਰੋਕ ਕੇ, ਵਿਸ਼ਿਆਂ ਵੱਲੋਂ ਰੋਕ ਕੇ ਸਾਧ ਸਦਾਇਆ, ਉਹ ਸਾਧੂ ਸਦਾਉਂਦੇ ਆ ਆਪਣੇ ਆਪ ਨੂੰ। 20 21 ਉਲੰਘ ਨਿਜ ਘਰ ਆਇਆ। ਜਿਹੜਾ ਵੀ ਇਹ ਸੰਸਾਰ ਦੇ ਝਮੇਲਿਆਂ ਨੂੰ ਲੰਘ ਕੇ ਇੱਕ ਈਸ਼ਵਰੀ ਗਿਆਨ ਦੇ ਰਾਹੀਂ ਨਿਜ ਘਰ ਵਿੱਚ ਆਇਆ ਹੈ,
ਉਹੀ ਅਸਲ ਦੇ ਵਿੱਚ ਸਾਧ ਹੈ। ਪੂਰਕ ਕੁੰਭਕ ਰੇਚਕ ਤ੍ਰਾਟਕ ਧਾਇਆ। ਭਾਈ ਗੁਰਦਾਸ ਜੀ ਫਰਮਾਉਂਦੇ, ਗੁਰਸਿੱਖੋ ਸੁਣੋ, ਪੂਰਕ ਕੁੰਭਕ ਰੇਚਕ, ਜਿਹੜੇ ਜੋਗੀ ਲੋਕ ਨੇ ਨਾ, ਉਹ ਸਵਾਸਾਂ ਨੂੰ ਚੜਾਉਂਦੇ ਹੈ, ਟਿਕਾਉਂਦੇ ਹੈ, ਫਿਰ ਉਤਾਰਦੇ ਹੈ ਜਾਪ ਕਰਦਿਆਂ ਹੋਏ। ਜੋ ਸਵਾਸਾਂ ਨੂੰ ਚੜਾਉਣਾ ਹੈ, ਇਸ ਨੂੰ ਪੂਰਕ ਕਹਿੰਦੇ ਹੈ, ਅਤੇ ਸਵਾਸਾਂ ਨੂੰ ਠਹਿਰਾ ਲੈਣਾ, ਟਿਕਾ ਲੈਣਾ, ਇਹਨੂੰ ਕੁੰਭਕ ਕਹਿੰਦੇ ਹੈ, ਔਰ ਸਵਾਸਾਂ ਨੂੰ ਉਤਾਰਨਾ, ਇਹਨੂੰ ਰੇਚਕ ਕਹਿੰਦੇ ਹੈ। ਸੋ ਜੋਗੀ ਲੋਕ ਸਵਾਸਾਂ ਨੂੰ ਚੜਾਉਂਦੇ, ਠਹਿਰਾਉਂਦੇ ਅਤੇ ਉਤਾਰਦੇ ਹੈ। ਤ੍ਰਾਟਕ ਧਾਇਆ। ਸੋ ਤ੍ਰਾਟਕ ਜੋ 3 ਨਾੜੀਆਂ ਨੇ, ਈੜਾ, ਪਿੰਗਲਾ, ਸੁਖਮਨਾ, ਇਹਦੇ ਵੱਲ ਉਹ ਦੌੜਦੇ ਰਹਿੰਦੇ ਹੈ ਵੀ ਇਹਨਾਂ ਨਾੜੀਆਂ ਦੇ ਰਾਹੀਂ 10ਮ ਦੁਆਰ ਦੇ ਵਿੱਚ ਟਿਕਿਆ ਜਾਵੇ। ਨਿਉਲੀ ਕਰਮ ਭੁਯੰਗ ਆਸਣ ਲਾਇਆ। ਨਿਉਲੀ ਕਰਮ ਕਰਦੇ ਹੈ ਜਿਹੜੇ ਜੋਗੀ ਲੋਕ ਨੇ, ਨਿਵਲੀ ਕਰਮ ਕਰਕੇ ਉਹ ਸਰੀਰ ਨੂੰ ਸੋਧਦੇ ਹੈ। ਕਹਿੰਦੇ ਅਸੀਂ ਸਰੀਰ ਦੀ ਪਵਿੱਤਰਤਾ ਕੀਤੀ, ਸਰੀਰ ਨੂੰ ਸੋਧ ਲਿਆ। ਅਤੇ ਭੁਯੰਗ, ਅਤੇ ਫਿਰ ਉਸ ਤੋਂ ਅੱਗੇ ਜਿਹੜੀ ਭੁਜੰਗਮਾ ਨਾੜੀ ਹੈ, ਉਹਦੇ ਦੁਆਰੇ, ਉਹਦੇ ਰਾਹੀਂ 10ਮ ਦੁਆਰ ਦੇ ਵਿੱਚ ਟਿਕ ਕੇ ਉੱਥੇ ਉਹ ਆਸਣ ਲਾਉਂਦੇ ਹੈ, 10ਮ ਦੁਆਰ ਦੇ ਵਿੱਚ ਟਿਕ ਜਾਂਦੇ ਹੈ। ਈੜਾ, ਪਿੰਗੁਲਾ, ਝਾਗ, ਸੁਖ ਮਨ ਛਾਇਆ। ਇਸੇ ਤਰ੍ਹਾਂ ਜਿਹੜੀਆਂ ਜੋਗੀਆਂ ਦੀਆਂ 3 ਨਾੜੀਆਂ, ਈੜਾ, ਪਿੰਗਲਾ ਅਤੇ ਸੁਖਮਨਾ, ਈੜਾ ਅਤੇ ਪਿੰਗਲਾ, ਸੱਜੀ ਅਤੇ ਖੱਬੀ ਸੁਰ, ਇਸ ਨੂੰ ਇੱਕ ਚੰਦਰ ਸੁਰ ਅਤੇ ਸੂਰਯ ਸੁਰ ਵੀ ਕਹਿ ਦਿੰਦੇ ਹੈ। ਈੜਾ ਅਤੇ ਪਿੰਗਲਾ, ਈੜਾ ਦੇ ਰਾਹੀਂ, ਪਿੰਗਲਾ ਦੇ ਰਾਹੀਂ, ਫਿਰ ਜਿਹੜੀ ਸੁਖਮਨਾ ਨਾੜੀ ਹੈ, ਉਹਦੇ ਰਾਹੀਂ 10ਮ ਦੁਆਰ ਦੇ ਵਿੱਚ ਟਿਕਣ ਦਾ ਯਤਨ ਕਰਦੇ ਹੈ। ਈੜਾ, ਪਿੰਗੁਲਾ, ਝਾਗ, ਸੁਖ ਮਨ ਛਾਇਆ। ਈੜਾ ਅਤੇ ਪਿੰਗਲਾ, ਇਹ ਨਾਸਕਾਂ ਦੁਆਰੇ ਸਵਾਸਾਂ ਨੂੰ ਉੱਤੇ ਚੜ੍ਹਾ ਕਰਕੇ ਅਤੇ ਸੁਖਮਨਾ ਨਾੜੀ ਰਾਹੀਂ, ਜੋ ਸੁਖਮਨਾ ਹੈ 10ਮ ਦੁਆਰ, ਉਹਦੇ ਵਿੱਚ ਜਾ ਕਰਕੇ ਇਹ ਟਿਕ ਜਾਂਦੇ ਹੈ, ਉੱਥੇ ਸਮਾਧੀ ਲਾਉਂਦੇ ਹੈ ਜੋਗੀ ਲੋਕ। ਖੇਚਰ ਭੂਚਰ ਚਾਚਰ ਸਾਧ ਸਦਾਇਆ। ਖੇਚਰੀ, ਭੂਚਰੀ, ਚਾਚਰੀ, ਅਗੋਚਰੀ, ਉਨਮਨੀ, ਇਹ ਜੋਗੀਆਂ ਦੀਆਂ 5 ਮੁਦਰਾ ਹਨ। ਉਹ ਵੱਖ-ਵੱਖ ਮੁਦਰਾ ਦੇ ਵਿੱਚ ਟਿਕਦੇ ਅਤੇ ਇਹਨਾਂ ਨੂੰ ਸਾਧ ਕੇ ਇਹਨਾਂ ਤੋਂ ਅੱਗੇ ਲੰਘ ਜਾਂਦੇ ਹੈ। ਮੁਦਰਾ ਤੋਂ ਭਾਵ ਜਿਸ ਤਰ੍ਹਾਂ ਉਹ ਟਿਕਦੇ ਹੈ, ਕਈ ਜ਼ੁਬਾਨ ਨੂੰ ਲੰਮੀ ਕਰਕੇ ਕੰਠ ਤਾਲੂਏ ਦੇ ਵਿੱਚ ਅੜਾ ਲੈਂਦੇ ਹੈ, ਔਰ ਉੱਥੋਂ ਮਹਿਸੂਸ ਕਰਦੇ ਹੈ ਵੀ ਰਸ ਟਪਕਦਾ ਹੈ, ਅਤੇ ਉਸ ਰਸ ਦਾ ਉਹ ਆਨੰਦ ਮਾਣਦੇ ਹੈ। ਤੋ ਇਹ ਵੱਖ-ਵੱਖ ਮੁਦਰਾਵਾਂ ਨੇ। ਕੋਈ ਦੋਵਾਂ ਪ੍ਰਵੱਟਿਆਂ ਦੇ ਵਿਚਕਾਰ ਜੋ ਥਾਂ, ਉੱਥੇ ਧਿਆਨ ਟਿਕਾ ਕਰਕੇ ਬੈਠਦਾ ਹੈ, ਆਸਣ ਲਾਉਂਦੇ ਨੇ। ਇਹ ਮੁਦਰਾਵਾਂ ਨੇ ਜੋਗੀਆਂ ਦੀਆਂ। ਖੇਚਰ ਭੂਚਰ ਚਾਚਰ ਸਾਧ ਸਦਾਇਆ। ਖੇਚਰੀ, ਭੂਚਰੀ, ਚਾਚਰੀ, ਅਗੋਚਰੀ ਅਤੇ ਉਨਮਨੀ, ਇਹ ਜਿਹੜੀਆਂ 5 ਮੁਦਰਾ ਹਨ, ਜੋਗੀ ਲੋਕ ਇਸ ਨੂੰ ਸਾਧ ਲੈਂਦੇ ਹੈ ਅਤੇ ਇਹਨਾਂ ਨੂੰ ਸਾਧ ਕੇ ਅੱਗੇ ਲੰਘ ਜਾਂਦੇ। ਉਹ ਆਪਣੇ ਆਪ ਨੂੰ ਸਾਧ ਅਖਵਾਉਂਦੇ ਹੈ। ਸਾਧ ਅਗੋਚਰ ਖੇਲ ਉਨਮਨ ਆਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ ਵੀ ਜਿਹੜੇ ਸਾਧ ਲੋਕ ਨੇ ਨਾ, ਜੋਗੀਆਂ ਦੇ ਵਿੱਚ, ਉਹਨਾਂ ਦੀ ਅਗੋਚਰ ਖੇਡ ਹੈ। ਉਹ ਉਨਮਨੀ, ਤੁਰੀਆ ਅਵਸਥਾ ਦੇ ਵਿੱਚ ਆ ਜਾਂਦੇ ਹੈ, ਔਰ ਜਿਹੜੇ ਈੜਾ, ਪਿੰਗਲਾ, ਸੁਖਮਨਾ ਰਾਹੀਂ 10ਮ ਦੁਆਰ ਵਿੱਚ ਟਿਕਦੇ ਹੈ, ਉਹ ਜੋਗੀ ਲੋਕ ਖੇਚਰੀ, ਭੂਚਰੀ, ਚਾਚਰੀ, ਅਗੋਚਰੀ, ਉਨਮਨੀ ਅਵਸਥਾ ਨੂੰ ਸਾਧ ਕੇ ਆਪਣੇ ਆਪ ਨੂੰ ਸਾਧ ਅਖਵਾਉਂਦੇ ਹੈ। ਅਤੇ ਉਹਨਾਂ ਸਾਧ ਜੋਗੀਆਂ ਦੀ ਅਗੋਚਰ ਖੇਡ ਹੈ। ਅਤੇ ਉਨਮਨ ਆਇਆ, ਤੁਰੀਆ ਅਵਸਥਾ ਦੇ ਵਿੱਚ ਉਹ ਆ ਜਾਂਦੇ, ਭਾਵ ਉੱਥੇ ਟਿਕ ਜਾਂਦੇ ਹੈ। ਸੋ ਭਾਈ ਗੁਰਦਾਸ ਜੀ ਨੂੰ ਜੋਗੀਆਂ
ਦੇ ਜਿਹੜੇ ਸਾਧ ਨੇ ਉਹਨਾਂ ਬਾਰੇ ਗੁਰਸਿੱਖਾਂ ਨੇ ਪੁੱਛਿਆ ਤਾਂ ਭਾਈ ਗੁਰਦਾਸ ਨੇ ਸੋ ਇਹ ਜਾਣਕਾਰੀ ਦਿੱਤੀ ਹੈ। ਗੁਰਮਤਿ ਦਾ ਜਿਹੜਾ ਸਾਧ ਸੰਗਤ ਮਾਰਗ ਹੈ ਨਾ ਗੁਰਸਿੱਖੀ ਦਾ, ਉਹ ਜੋਗੀਆਂ ਵਾਲਾ ਨਹੀਂ ਹੈ। ਸਵਾਸਾਂ ਨੂੰ ਚੜਾਉਣਾ, ਟਿਕਾਉਣਾ, ਉਤਾਰਨਾ, ਸੱਜੀ ਸੁਰ ਖੱਬੀ ਸੁਰ, ਸੱਜੀ ਨਾਸਕਾ ਖੱਬੀ ਨਾਸਕਾ, ਇਹਨਾਂ ਰਾਹੀਂ ਫਿਰ ਸੁਖਮਨਾ ਜੋ ਨਾੜੀ ਹੈ ਉਹਦੀ ਜੜ੍ਹ ਦੇ ਵਿੱਚ ਜੋ ਭੁਜੰਗਮਾ ਨਾੜੀ ਹੁੰਦੀ ਹੈ, ਉਹਦੇ ਰਾਹੀਂ ਜੋਗੀ ਲੋਕ ਦਸਮ ਦੁਆਰ ਵਿੱਚ ਟਿਕਦੇ ਹੈ। ਅਤੇ ਉਹ ਜਿਹੜੀ ਭੁਜੰਗਮਾ ਨਾੜੀ ਹੈ ਉਹਨੂੰ ਕੁੰਡਲਨੀ ਵੀ ਕਹਿੰਦੇ ਹੈ, ਉਹਨੂੰ ਸਿੱਧੀ ਕਰਦੇ ਹੈ ਦਸਮ ਦੁਆਰ ਦੇ ਤਾਂ ਲੈ ਕੇ ਜਾਂਦੇ ਹੈ ਯੋਗਾ ਅਭਿਆਸ ਰਾਹੀਂ, ਅਤੇ ਫਿਰ ਉਸ ਨੂੰ ਹੇਠਾਂ ਨਹੀਂ ਉਤਰਨ ਦਿੰਦੇ। ਜੋਗੀਆਂ ਦੇ ਵਿੱਚ ਇਸ ਨੂੰ ਪੂਰਨ ਸਿੱਧੀ ਕਹਿੰਦੇ ਹੈ। ਪਰ ਗੁਰਮਤਿ ਸਤਿਗੁਰੂ ਨੇ ਬਾਣੀ ਵਿੱਚ ਉਪਦੇਸ਼ ਦਿੱਤਾ ਹੈ, ਕੁੰਡਲਨੀ ਸੁਰਜੀ ਸਤ ਸੰਗਤ ਪਰਮਾਨੰਦ ਗੁਰੂ ਮੁਖ ਮੱਚਾ। ਗੁਰੂ ਕੇ ਸਿੱਖ ਨੇ ਸਤ ਸੰਗਤ ਕਰਨੀ, ਨਾਮ ਜਪਣਾ, ਸਿਮਰਨ ਅਭਿਆਸ ਕਰਨਾ ਹੈ, ਕਿਉਂਕਿ ਇਹਦੇ ਨਾਲ ਹੀ ਮਨ ਕਾਬੂ ਵਿੱਚ ਆਉਂਦਾ ਹੈ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਭਾਵੇਂ ਦਸਵੇਂ ਦੁਆਰ ਦੇ ਵਿੱਚ ਵੀ ਪਹੁੰਚ ਜਾਣ ਉੱਥੇ ਵੀ ਮਨ ਨਿਰਮਲ ਨਹੀਂ ਹੋ ਪਾਉਂਦਾ, ਮਨ ਵਿੱਚ ਮੈਲ ਰਹਿੰਦੀ ਹੈ। ਸੋ ਬੰਦਗੀ ਨਾਮ ਜਪਣ ਸਿਮਰਨ ਦਾ ਉਪਦੇਸ਼ ਹੈ ਗੁਰਸਿੱਖਾਂ ਨੂੰ। ਸੋ ਜਾਣਕਾਰੀ ਭਾਈ ਗੁਰਦਾਸ ਨੇ ਸਾਰਿਆਂ ਦੀ ਦਿੱਤੀ ਹੈ ਪੁੱਛਣ 'ਤੇ। ਸੁਣ ਅਗਲੀ 7ਵੀਂ ਜੋ ਪੌੜੀ ਹੈ ਨਾ ਉਹਦੀਆਂ 8 ਤੁਕਾਂ ਹਨ। 6 ਤੁਕਾਂ ਦੇ ਵਿੱਚ ਯੋਗ ਦਾ ਵਰਣਨ ਕਰਦੇ ਹੈ ਵੀ ਜੋਗੀ ਕੀ ਕੀ ਕਰਦੇ ਹੈ, ਅਤੇ ਜਿਹੜੀਆਂ 2 ਤੁਕਾਂ ਹਨ ਉਹਦੇ ਵਿੱਚ ਗੁਰਮੁਖ ਮਾਰਗ ਦਾ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹੈ। ਤ੍ਰੈ ਸਤ ਅੰਗੁਲ ਲੈ ਮਨ ਪਵਨ ਮਿਲਾਇਆ। ਤ੍ਰੈ ਸਤ, ਤ੍ਰੈ 3 ਅਤੇ 7 7, 3 ਅਤੇ 7 10, 10 ਉਂਗਲ ਪ੍ਰਮਾਣ ਸਵਾਸ ਬਾਹਰ ਜਾ ਕਰਕੇ ਫਿਰ ਉਹ ਅੰਦਰ ਆਉਂਦੇ ਹੈ। ਜੋਗੀ ਲੋਕ ਉਹਨਾਂ ਦੇ ਵਿੱਚ ਮਨ ਅਤੇ ਪਵਨ ਨੂੰ ਮਿਲਾਉਂਦੇ ਹੈ। ਉਹ ਉਹਨਾਂ ਦੀ ਧਾਰਨਾ ਹੈ ਜਿਹੜੇ ਸਵਾਸ ਆਪਾਂ ਬਾਹਰ ਕਰਦੇ ਹਾਂ ਉਹ 10 ਉਂਗਲਾਂ ਤੱਕ ਬਾਹਰ ਲਿਜਾ ਕੇ ਅਤੇ ਫਿਰ ਖਿੱਚ ਕੇ ਅੰਦਰ ਲੈ ਜਾਣੇ। ਸੋ 10 ਉਂਗਲ ਪ੍ਰਮਾਣ ਜਿਹੜੇ ਆ ਨਾ ਸਵਾਸ ਬਾਹਰ ਜਾ ਕੇ ਫਿਰ ਉਹ ਅੰਦਰ ਆਉਂਦੇ ਹੈ ਅਤੇ ਉਹਨਾਂ ਦੇ ਵਿੱਚ ਮਨ ਅਤੇ ਪਵਨ ਨੂੰ ਉਹ ਮਿਲਾਉਂਦੇ ਹੈ। ਸੋਹੰ ਸਹਿਜ ਸੁਭਾਏ ਅਲਖ ਲਖਾਇਆ। ਅਤੇ ਇਸ ਤਰ੍ਹਾਂ ਫਿਰ ਉਹ ਸਵਾਸ ਬਾਹਰ ਜਾਂਦੇ ਹੈ, ਅੰਦਰ ਆਉਂਦੇ ਹੈ। ਤੋ ਸਵਾਸ ਬਾਹਰ ਅੰਦਰ ਜਾਂਦਿਆਂ ਉਹ ਇਸ ਤਰ੍ਹਾਂ 16 ਵਾਰ ਸੋਹੰ ਮੰਤਰ ਦਾ ਜਾਪ ਕਰਦੇ, ਪ੍ਰਾਣ ਚੜ੍ਹਾਉਂਦੇ ਹੈ। ਅਤੇ ਜਦ ਪ੍ਰਾਣਾਯਾਮ ਸਿੱਧ ਹੋ ਜਾਂਦਾ ਹੈ ਤਾਂ ਫਿਰ ਸਹਿਜ ਸੁਭਾਅ ਹੀ ਉਹ ਅਲਖ ਨੂੰ ਲਖਿਆ ਜਾਣਦੇ ਹੈ ਵੀ ਜੋ ਅਲਖ ਹੈ ਨਾ ਪਰਮੇਸ਼ਰ, ਅਸੀਂ ਉਸ ਨੂੰ ਲਖ ਲਿਆ, ਜਾਣ ਲਿਆ ਹੈ। ਇਹ ਉਹਨਾਂ ਦੀ ਧਾਰਨਾ ਹੈ ਜੋਗੀਆਂ ਦੀ। ਨਿਜਰ ਧਾਰ ਚੁਆਏ ਅਪਿਓ ਪੀ ਆਇਆ। ਅਤੇ ਇੱਕ ਰਸ ਦਸਮ ਦੁਆਰ ਦੇ ਵਿੱਚੋਂ ਅੰਮ੍ਰਿਤ ਦੀ ਜੋ ਬੂੰਦ ਡਿੱਗਦੀ ਹੈ ਉਸ ਨੂੰ ਜੋਗੀ ਲੋਕ ਪੀਂਦੇ ਹੈ ਔਰ ਉਹਦਾ ਰਸ ਮਾਣਦੇ ਹੈ। ਅਨਹਦ ਧੁਨ ਲਿਵ ਲਾਏ ਨਾਦ ਵਜਾਇਆ। ਫਿਰ ਕੀ ਕਰਦੇ ਵੀ ਇੱਕ ਰਸ ਧੁਨੀ ਵਾਲੇ ਵਾਜੇ ਜੋ ਦਸਮ ਦੁਆਰ ਦੇ ਨੇ ਉੱਥੇ ਉਹ ਲਿਵ ਲਾ ਕੇ ਅਤੇ ਇੱਕ ਰਸ ਧੁਨੀ ਵਾਲੇ ਜਿਹੜੇ ਵਾਜੇ ਹੈ ਉਹਨਾਂ ਨੂੰ ਉਹ ਸੁਣਦੇ ਹੈ। ਅਜੱਪਾ ਜਾਪ ਜਪਾਏ ਸੁਨ ਸਮਾਇਆ। ਅਤੇ ਅਜੱਪਾ ਜਾਪ ਕਰਦੇ ਹੈ, ਓਅੰ ਸੋਹੰ ਇਸ ਤਰ੍ਹਾਂ ਉਹ ਮੰਤਰਾਂ ਦਾ ਜਾਪ ਕਰਦੇ ਹੈ। ਅਤੇ ਇਹ ਜਾਪ ਕਰਦਿਆਂ ਹੋਇਆਂ ਉਹ ਬੁੱਲ੍ਹ ਨਹੀਂ ਹਿੱਲਣ ਦਿੰਦੇ। ਜਿਹੜੇ ਸਾਡੇ ਹੋਂਠ ਬੁੱਲ੍ਹ ਨੇ ਨਾ ਇਹਨਾਂ ਨੂੰ ਫਰਕਣ ਨਹੀਂ ਦਿੰਦੇ, ਹਿੱਲਣ ਨਹੀਂ ਦਿੰਦੇ। ਉਹ ਹਿਰਦੇ ਦੀ ਬਿਰਤੀ ਦੇ ਨਾਲ ਹੀ ਅਜੱਪਾ ਜਾਪ ਜਪਦੇ ਹੈ। ਉਹ ਜਾਪ ਕਦੇ ਟੁੱਟਦਾ ਨਹੀਂ। ਸੁਨ ਸਮਾਇਆ, ਅਤੇ ਸੁਨ ਜੋ ਅਫੁਰ ਪਦਵੀ ਹੈ ਨਾ ਅਫੁਰ, ਉਹਦੇ ਵਿੱਚ ਫਿਰ ਉਹ ਸਮਾ ਜਾਂਦੇ, ਲੀਨ ਹੋ ਜਾਂਦੇ ਜੋਗੀ ਲੋਕ। ਸੁਨ ਸਮਾਧ ਸਮਾਏ ਆਪ ਗਵਾਇਆ।
ਸੁੰਨ ਸਮਾਧ ਵਿੱਚ ਸਮਾ ਕਰਕੇ ਤੇ ਫਿਰ ਉਹ ਆਪਣਾ ਆਪ ਗਵਾ ਦਿੰਦੇ ਹੈ। ਉਹ ਜੋਗੀ ਜਿਹੜੇ ਨਾ ਆਪਣਾ ਆਪ ਭੁੱਲ ਜਾਂਦੇ ਹੈ ਸੁੰਨ ਸਮਾਧੀ ਦੇ ਵਿੱਚ ਸਥਿਤ ਹੋ ਕਰਕੇ। ਸੋ ਇਹ ਜੋਗੀਆਂ ਦਾ ਮਾਰਗ ਹੈ। ਇਹਦੇ ਕਿਉਂਕਿ ਗੁਰਸਿੱਖਾਂ ਨੇ ਇਸ ਮਾਰਗ ਦੇ ਉੱਤੇ ਜਾਣਾ ਨਹੀਂ, ਅਤੇ ਆਪਾਂ ਨੂੰ ਇਹਨਾਂ ਜੋਗੀਆਂ ਦੇ ਬਹੁਤੇ ਮਾਰਗ ਦੀ ਪ੍ਰੋੜਤਾ ਕਰਨ ਦੀ ਲੋੜ ਨਹੀਂ। ਗੁਰਸਿੱਖਾਂ ਦਾ ਉਹ ਮਾਰਗ ਨਹੀਂ ਹੈ। ਸੋ ਅੱਗੇ ਹੁਣ ਭਾਈ ਗੁਰਦਾਸ ਜੀ ਜ਼ਿਕਰ ਕਰਦੇ ਹੈ, ਗੁਰਮੁਖ ਪਿਰਮ ਚਖਾਏ ਨਿਜ ਘਰ ਛਾਇਆ। ਇਹ ਉੱਪਰ ਤਾਂ ਦੱਸਿਆ ਸੀ ਜੋਗੀਆਂ ਦਾ, ਪਰ ਜਿਹੜੇ ਗੁਰਮੁਖ ਹਨ ਪਿਰਮ ਚਖਾਏ, ਉਹ ਪ੍ਰੇਮ ਰਸ ਨੂੰ ਚਖ ਕਰਕੇ ਨਿਜ ਘਰ ਛਾਇਆ, ਆਪਣੇ ਸਵੈ ਸਰੂਪ ਘਰ ਦੇ ਵਿੱਚ ਛਾਇਆ ਟਿਕ ਜਾਂਦੇ ਨੇ, ਸਥਿਤ ਹੋ ਜਾਂਦੇ ਹੈ। ਭਾਵ ਗੁਰਮੁਖਾਂ ਦੀ ਪ੍ਰੇਮ ਰਸ ਚਖਣ ਕਰਕੇ ਭਟਕਣਾ ਮੁੱਕ ਜਾਂਦੀ ਹੈ। ਉਹਨਾਂ ਦਾ ਮਨ ਫਿਰ ਕਿਤੇ ਦੌੜਦਾ ਭੱਜਦਾ ਨਹੀਂ, ਉਹ ਤਾਂ ਆਪਣੇ ਘਰ ਵਿੱਚ ਟਿਕ ਜਾਂਦੇ ਹੈ। ਅਵਿਨਾਸੀ ਸੁਖ ਆਪਨ ਆਸਨ, ਆਪਣੇ ਆਸਨ 'ਤੇ ਹੀ ਉਹਨਾਂ ਨੂੰ ਅਵਿਨਾਸੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਗੁਰ ਸਿੱਖ ਸੰਧ ਮਿਲਾਏ ਪੂਰਾ ਪਾਇਆ। ਗੁਰ ਸਿੱਖ, ਗੁਰੂ ਅਤੇ ਸਿੱਖ ਦੀ ਜੋ ਮਿਲਣੀ ਹੈ, ਮੇਲ ਹੈ, ਇਹ ਜਿਹੜਾ ਮਿਲਾਪ ਹੈ ਪੂਰਾ ਪਾਇਆ, ਪੂਰੇ ਪ੍ਰਭੂ ਦੀ ਪ੍ਰਾਪਤੀ ਕਰਾਉਂਦਾ ਹੈ। ਗੁਰੂ ਅਤੇ ਸਿੱਖ ਦੀ ਜਿਹੜੀ ਮਿਲਣੀ ਹੈ, ਗੁਰੂ ਸਿੱਖ ਦਾ ਮਿਲਾਪ ਜਿਹੜਾ ਸਾਰਿਆਂ ਥਾਵਾਂ 'ਤੇ ਪਰਿਪੂਰਨ ਹੈ, ਪਰਮਾਤਮਾ ਉਹਦੇ ਨਾਲ ਮਿਲਾ ਦਿੰਦਾ ਹੈ। ਸੋ ਇਸ ਤਰ੍ਹਾਂ ਜਿਹੜਾ ਗੁਰਮੁਖ ਮਾਰਗ ਹੈ ਉਹ ਮਹਾਨ ਹੈ। ਜੋਗ ਮਾਰਗ ਜਿਹੜਾ, ਇਸ ਨੂੰ ਚੀਟੀ ਮਾਰਗ ਕਿਹਾ ਹੈ, ਅਤੇ ਜਿਹੜਾ ਗੁਰਮੁਖਾਂ ਦਾ ਗੁਰਮਤਿ ਮਾਰਗ ਹੈ ਨਾ, ਇਸ ਨੂੰ ਬਿਹੰਗਮ ਮਾਰਗ ਕਿਹਾ ਹੈ। ਬਿਹੰਗਮ ਪੰਛੀ ਨੂੰ ਕਹਿੰਦੇ ਹੈ। ਜਿਵੇਂ ਕਿਸੇ ਮੰਜ਼ਿਲ 'ਤੇ ਦੂਰ ਪਹੁੰਚਣਾ ਹੋਵੇ ਅਤੇ ਕੀੜੀ ਨੂੰ ਬਹੁਤ ਸਮਾਂ ਲੱਗ ਜਾਂਦਾ ਉੱਥੇ ਪਹੁੰਚਦਿਆਂ, ਪਰ ਜਿਹੜਾ ਬਿਹੰਗਮ ਪੰਛੀ ਹੈ ਉਹ ਝੱਟ ਹੀ ਉੱਡ ਕੇ ਚਲਿਆ ਜਾਂਦਾ ਹੈ। ਜਿਵੇਂ ਕਿਸੇ ਰੁੱਖ ਨੂੰ ਫਲ ਲੱਗਾ ਹੋਵੇ ਪੱਕਾ ਹੋਇਆ, ਅਤੇ ਕੀੜੀ ਨੇ ਉਸ ਫਲ ਤੱਕ ਪਹੁੰਚਣਾ ਹੈ, ਕੀੜੀ ਹੌਲੀ ਹੌਲੀ ਚੱਲਦੀ ਚੱਲਦੀ ਉੱਥੋਂ ਤੱਕ ਪਹੁੰਚਦੀ ਹੈ, ਅਤੇ ਬਿਹੰਗਮ ਜਿਹੜਾ ਪੰਛੀ ਹੈ ਉਹ ਝੱਟ ਹੀ ਉਡਾਰੀ ਮਾਰ ਕੇ ਫਲ ਕੋਲ ਬਹਿੰਦਾ ਹੈ, ਫਲ ਖਾਂਦਾ ਅਤੇ ਉਡਾਰੀ ਮਾਰਦਾ ਹੈ। ਸੋ ਜੋਗੀਆਂ ਵਾਲਾ ਜਿਹੜਾ ਮਾਰਗ ਹੈ ਕੀਟੀ ਮਾਰਗ ਹੈ, ਕੀੜੀ ਵਾਲਾ, ਅਤੇ ਜਿਹੜਾ ਗੁਰਮਤਿ ਦਾ ਮਾਰਗ ਹੈ ਇਹ ਬਿਹੰਗਮ ਹੈ, ਪੰਛੀ ਵਾਲਾ ਮਾਰਗ। ਝੱਟ ਹੀ ਬੰਦਗੀ ਦਾ ਸਦਕਾ, ਸਤ ਸੰਗਤ ਦਾ ਸਦਕਾ, ਗੁਰੂ ਕਿਰਪਾ ਸਦਕਾ ਜਿਹੜਾ ਅਭਿਆਸੀ ਹੈ ਨਾ, ਉਹ ਉੱਥੋਂ ਤੱਕ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਗੁਰੂ ਅਤੇ ਸਿੱਖ ਦਾ ਜੋ ਸੰਧ ਮਿਲਾਪ ਹੈ, ਉਹਦਾ ਅੱਗੇ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ 8ਵੀਂ ਪੌੜੀ ਵਿੱਚ। ਜੋਤੀ ਜੋਤ ਜਗਾਏ ਦੀਵਾ ਬਾਲਿਆ। ਸੋ ਇਸ ਪੌੜੀ ਵਿੱਚ ਅਨੇਕਾਂ ਦ੍ਰਿਸ਼ਟਾਂਤ ਦਿੰਦੇ ਆ ਵੀ ਗੁਰੂ ਅਤੇ ਸਿੱਖ ਉਹ ਕਿਵੇਂ ਇੱਕ ਹੋ ਜਾਂਦੇ ਹੈ। ਜੋਤੀ ਜੋਤ ਜਗਾਏ, ਜਿਵੇਂ ਦੀਵੇ ਤੋਂ ਦੀਵਾ ਜਗਦਾ ਹੈ, ਉਵੇਂ ਹੀ ਜੋਤ ਤੋਂ ਜੋਤ ਜਗਦੀ ਹੈ। ਇੱਕ ਜਗਦਾ ਹੋਇਆ ਦੀਵਾ, ਇੱਕ ਬੁਝਿਆ ਦੀਵਾ ਹੈ, ਅਤੇ ਉਸ ਜਗਦੇ ਹੋਏ ਦੀਵੇ ਤੋਂ ਬੁਝੇ ਦੀਵੇ ਨੂੰ ਜਗਾ ਦਈਦਾ ਹੈ ਨੇੜੇ ਕਰਕੇ। ਇਸੇ ਤਰ੍ਹਾਂ ਜੋਤੀ ਜੋਤ ਜਗਾਏ ਦੀਵਾ ਬਾਲਿਆ, ਜਿਵੇਂ ਦੀਵੇ ਤੋਂ ਦੀਵਾ ਬਾਲਿਆ ਜਾਂਦਾ ਹੈ, ਗੁਰੂ ਕੀ ਕਰਦਾ ਹੈ, ਆਪਣੀ ਜੋਤ ਤੋਂ ਸਿੱਖ ਦੇ ਅੰਦਰ ਜੋਤ ਜਗਾ ਦਿੰਦਾ ਹੈ। ਜੋ ਪ੍ਰਕਾਸ਼, ਜੋ ਗਿਆਨ ਗੁਰੂ ਨੂੰ ਹੈ ਨਾ, ਉਹ ਸਿੱਖ ਦੇ ਹਿਰਦੇ ਵਿੱਚ ਕਰ ਦਿੰਦਾ ਹੈ। ਸਿੱਖ ਦੇ ਹਿਰਦੇ ਵਿੱਚ ਜੋਤ ਜਗਾ ਦਿੱਤੀ, ਸਾਰ ਅਸਾਰ ਦੀ ਉਹਨੂੰ ਸਮਝ ਪੈ ਜਾਂਦੀ ਹੈ। ਚੰਦਨ ਵਾਸ ਨਿਵਾਸ ਵਣਸਪਤ ਫਾਲਿਆ। ਇਸੇ ਤਰ੍ਹਾਂ ਜੋ ਚੰਦਨ ਹੈ ਉਹਦੇ ਵਿੱਚ ਸੁਗੰਧੀ ਦਾ ਵਾਸਾ ਹੈ, ਅਤੇ ਸਾਰੀ ਬਨਸਪਤੀ ਦੇ ਵਿੱਚ ਫਿਰ ਉਹ ਸੁਗੰਧੀ ਫੈਲਦੀ ਹੈ ਚੰਦਨ ਰੂਪ ਹੋ ਕਰਕੇ। ਇਸੇ ਤਰ੍ਹਾਂ ਗੁਰੂ ਦੇ ਵਿੱਚ ਜੋ ਭਗਤੀ ਦੀ ਸੁਗੰਧੀ ਹੈ ਨਾ, ਉਹ ਗੁਰਸਿੱਖਾਂ ਦੇ ਵਿੱਚ ਫੈਲਦੀ ਹੈ। ਸਲਲੈ ਸਲਲ ਸੰਜੋਗ ਤ੍ਰਿਵੇਣੀ ਚਾਲਿਆ। ਜਿਹੜਾ ਆਮ ਪਾਣੀ ਹੈ
ਉਹ ਤ੍ਰਿਵੇਣੀ ਦੇ ਪਾਣੀ ਵਿੱਚ ਮਿਲ ਕੇ ਜਦੋਂ ਉਹਦੇ ਨਾਲ ਸੰਜੋਗ ਹੁੰਦਾ ਨਾ, ਤੇ ਤ੍ਰਿਵੇਣੀ ਰੂਪ ਹੋ ਕਰਕੇ ਹੀ ਉਹ ਚੱਲ ਪੈਂਦਾ ਹੈ। ਭਾਵ ਜਿਹੜਾ ਹੈ ਨਾ, ਪਾਣੀ ਗੰਗਾ, ਜਮਨਾ ਅਤੇ ਸਰਸਵਤੀ ਦੇ ਪਾਣੀ ਨਾਲ ਮਿਲ ਕੇ ਤ੍ਰਿਵੇਣੀ ਦਾ ਰੂਪ ਹੋ ਜਾਂਦਾ ਹੈ। ਇਸੇ ਤਰ੍ਹਾਂ ਸਿੱਖ ਗੁਰੂ ਨਾਲ ਮਿਲ ਕੇ ਗੁਰੂ ਦਾ ਰੂਪ ਹੋ ਜਾਂਦਾ ਹੈ। ਪਵਣੈ ਪਵਨ ਸਮਾਏ ਅਨਹਦ ਭਾਲਿਆ। ਪੌਣ ਦੇ ਵਿੱਚ ਪੌਣ ਸਮਾ ਜਾਂਦੀ ਹੈ, ਔਰ ਜਿਹੜੇ ਹੋਰ ਸ਼ਬਦ ਨੇ ਉਹ ਅਨਹਦ ਸ਼ਬਦ ਦੇ ਵਿੱਚ ਸਮਾ ਜਾਂਦੇ ਹੈ, ਉਹਦੇ ਵਿੱਚ ਲੀਨ ਹੋ ਜਾਂਦੇ ਹੈ। ਸੋ ਕੋਈ ਭੇਦ ਨਹੀਂ ਰਹਿੰਦਾ। ਸਿੱਖ ਜਿਹੜਾ ਨਾ, ਉਹ ਗੁਰੂ ਵਿੱਚ ਲੀਨ ਹੋ ਜਾਂਦਾ ਹੈ। ਜੋ ਗੁਰੂ ਦਾ ਬਚਨ ਹੈ, ਗੁਰੂ ਦਾ ਸ਼ਬਦ ਹੈ, ਉਹੀ ਸ਼ਬਦ ਸਿੱਖ ਦੇ ਹਿਰਦੇ ਵਿੱਚ ਵਾਸਾ ਕਰਦਾ ਹੈ। ਰਸਨਾ ਤੋਂ ਉਹ ਸ਼ਬਦ ਪ੍ਰਗਟ ਹੁੰਦਾ ਹੈ। ਹੀਰੈ ਹੀਰਾ ਭੇਦ ਪਰੋਏ ਦਿਖਾਲਿਆ। ਸੋ ਜਿਵੇਂ ਹੀਰਾ ਹੀਰੇ ਨੂੰ ਵਿੰਨ ਕੇ ਅਤੇ ਮਾਲਾ ਪਰੋ ਕੇ ਦਿਖਾਉਂਦਾ ਹੈ। ਹੀਰੇ ਨਾਲ ਹੀਰਾ ਵਿੰਨਿਆ ਜਾਂਦਾ ਹੈ, ਫਿਰ ਉਹ ਪਰੋ ਕੇ ਉਹਦੀ ਮਾਲਾ ਬਣਦੀ ਹੈ, ਉਹ ਸ਼ੋਭਾ ਪਾਉਂਦੀ ਹੈ। ਇਸੇ ਤਰ੍ਹਾਂ ਗੁਰੂ ਜਿਹੜਾ ਨਾ, ਸਿੱਖ ਦੇ ਹਿਰਦੇ ਨੂੰ ਵਿੰਨ ਦਿੰਦਾ ਹੈ। ਔਰ ਸਿੱਖ ਦੇ ਹਿਰਦੇ ਨੂੰ ਜਦੋਂ ਵਿੰਨ ਦਿੰਦਾ ਹੈ ਸ਼ਬਦ ਦੇ ਨਾਲ, ਤਾਂ ਫਿਰ ਜਿਵੇਂ ਹੀਰਿਆਂ ਦੀ ਮਾਲਾ ਪਰੋ ਕੇ ਬਣਦੀ ਹੈ ਨਾ, ਇਸੇ ਤਰ੍ਹਾਂ ਜਿਹੜੇ ਗੁਰਸਿੱਖ ਨੇ ਮਾਲਾ ਬਣ ਜਾਂਦੀ ਹੈ, ਗੁਰੂ ਦੇ ਨਾਲ ਅਭੇਦ ਹੋ ਜਾਂਦੇ ਹੈ। ਪੱਥਰ ਪਾਰਸ ਹੋਏ ਪਾਰਸ ਪਾਲਿਆ। ਅਤੇ ਜਿਹੜਾ ਪਾਰਸ ਹੈ ਉਹ ਪੱਥਰ ਹੀ ਹੁੰਦਾ ਹੈ। ਪੱਥਰ ਪਾਰਸ ਹੋਏ ਪਾਰਸ ਪਾਲਿਆ। ਪਾਰਸ ਨੂੰ ਪਾ ਕੇ ਪੱਥਰ ਪਾਰਸ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਕਾ ਸਿੱਖ ਜਿਹੜਾ ਆਮ ਪੱਥਰ ਦੇ ਵਾਂਗ ਹੋਵੇ ਨਾ, ਉਹ ਗੁਰੂ ਪਾਰਸ ਨਾਲ ਮਿਲ ਕੇ ਉਹ ਫਿਰ ਪਾਰਸ ਬਣ ਜਾਂਦਾ। ਜਿਵੇਂ ਪਾਰਸ ਫਿਰ ਹੋਰਾਂ ਨੂੰ ਸੋਨਾ ਬਣਾਉਂਦਾ ਨਾ, ਧਾਤਾਂ ਨੂੰ, ਜਿਹੜਾ ਸਿੱਖ ਪਾਰਸ ਬਣ ਗਿਆ ਉਹ ਫਿਰ ਅਨੇਕਾਂ ਨੂੰ ਹੀ ਸੋਨੇ ਦੀ ਨਿਆਈ ਸ਼ੁੱਧ ਕਰ ਦਿੰਦਾ ਹੈ, ਕੀਮਤੀ ਬਣਾ ਦਿੰਦਾ, ਅਮੋਲਕ ਬਣਾ ਦਿੰਦਾ ਹੈ। ਅਨਲ ਪੰਖ ਪੁੱਤ ਹੋਏ ਪਿਤਾ ਸੰਭਾਲਿਆ। ਫਿਰ ਜਿਹੜਾ ਅਨਲ ਪੰਛੀ ਹੈ ਨਾ ਆਕਾਸ਼ ਦਾ, ਇਹ ਅਨਲ ਪੰਛੀ, ਉਹਦਾ ਜਿਹੜਾ ਪੁੱਤਰ ਹੈ ਉਹ ਆਕਾਸ਼ ਦੇ ਵਿੱਚ ਹੀ ਜਨਮ ਲੈ ਕੇ ਪਿਤਾ ਜਿਸ ਮਾਰਗ 'ਤੇ ਚੱਲਦਾ ਉਸ ਮਾਰਗ ਨੂੰ ਉਹ ਸੰਭਾਲਦਾ ਹੈ। ਅਨਲ ਪੰਛੀ ਜੋ ਆਕਾਸ਼ ਦਾ, ਉਹਦਾ ਆਂਡਾ ਹੇਠਾਂ ਜ਼ਮੀਨ 'ਤੇ ਨਹੀਂ ਆਉਂਦਾ, ਉੱਤੇ ਹੀ ਆਕਾਸ਼ ਵਿੱਚ ਟੁੱਟਿਆ, ਉੱਥੋਂ ਹੀ ਉਹ ਬੱਚਾ ਜਿਹੜਾ ਆਂਡੇ 'ਚੋਂ ਨਿਕਲ ਕੇ ਉਹ ਪੰਛੀ ਉਡਾਰੀ ਮਾਰ ਜਾਂਦਾ, ਉਹਦੇ ਖੰਭਾਂ ਦੇ ਵਿੱਚ ਉਸੇ ਵੇਲੇ ਬਲ ਆ ਜਾਂਦਾ ਹੈ। ਅਤੇ ਜੇ ਉੱਤੇ ਆਕਾਸ਼ ਨੂੰ ਹੀ ਪਿਤਾ ਵਾਲੇ ਮਾਰਗ 'ਤੇ ਤੁਰ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਿੱਖ ਹੈ ਨਾ, ਜਿਵੇਂ ਗੁਰੂ ਨਿਰੰਕਾਰ ਦੇ ਚਰਨਾਂ ਵਿੱਚ ਟਿਕਿਆ ਹੈ, ਸਿੱਖ ਦੀ ਸੁਰਤ ਜਿਹੜੀ ਹੈ ਉਹ ਕਦੇ ਹੇਠਾਂ ਨਹੀਂ ਡਿੱਗਦੀ, ਨਿਰੰਕਾਰ ਦੇ ਚਰਨਾਂ ਵਿੱਚ ਹੀ ਉੱਚੀ ਜੁੜੀ ਰਹਿੰਦੀ ਹੈ। ਬ੍ਰਹਮੈ ਬ੍ਰਹਮ ਮਿਲਾਏ ਸਹਿਜ ਸੁਖਾਲਿਆ। ਸੋ ਬ੍ਰਹਮ ਦੇ ਵਿੱਚ ਬ੍ਰਹਮ ਨੂੰ ਸਹਿਜ ਹੀ ਸੁਖਾਲਿਆਂ ਹੀ ਗੁਰੂ ਮਿਲਾ ਦਿੰਦਾ ਹੈ। ਗੁਰੂ ਐਸੀ ਕਿਰਪਾ ਕਰਦਾ ਹੈ, ਜੋ ਜੀਵ ਬ੍ਰਹਮ ਹੈ ਨਾ, ਇਸ ਨੂੰ ਜੋ ਬ੍ਰਹਮ ਸਾਰੇ ਵਿਆਪਕ ਹੈ ਉਹਦੇ ਵਿੱਚ ਮਿਲਾ ਦਿੰਦਾ ਹੈ। ਅਤੇ ਇਹ ਸਹਿਜ ਹੀ ਸੁਖਾਲੇ ਹੀ ਗੁਰੂ ਇੰਨੀ ਕਿਰਪਾ ਕਰ ਦਿੰਦਾ ਹੈ, ਕੋਈ ਬਹੁਤਾ ਸਮਾਂ ਨਹੀਂ ਲੱਗਦਾ। ਸੋ ਇਉਂ ਗੁਰੂ ਅਤੇ ਸਿੱਖ ਦਾ ਜਿਹੜਾ ਉਹ ਮਿਲਾਪ ਹੈ, ਗੁਰੂ ਅਤੇ ਸਿੱਖ ਆਪਸ ਵਿੱਚ ਮਿਲਦੇ ਹੈ। ਭਾਈ ਗੁਰਦਾਸ ਸਾਹਿਬ ਜੀ ਅਗਲੀ 9ਵੀਂ ਪੌੜੀ ਦੇ ਵਿੱਚ ਜ਼ਿਕਰ ਕਰ ਰਹੇ ਨੇ, ਜੋ ਪ੍ਰਮਾਤਮਾ ਦੀ ਇਹ ਰਚਨਾ ਹੈ ਬੜੀ ਵੱਡੀ ਹੈ, ਈਸ਼ਵਰੀ ਰਚਨਾ ਦੀ, ਔਰ ਈਸ਼ਵਰ ਦੀ ਉਸਤਤ ਕਰਦੇ ਹੈ। ਕੇਵਡ ਇੱਕ ਕਵਾਓ ਪਸਾਓ ਕਰਾਇਆ। ਪਰਮਾਤਮਾ ਦਾ ਇੱਕ ਵਾਕ ਉਹ ਕਿੱਡਾ ਕੁ ਵੱਡਾ ਹੈ ਵੀ ਜਿਸ ਨੇ ਇਹ ਸਾਰੇ ਹੀ ਸ੍ਰਿਸ਼ਟੀ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦਾ ਪਸਾਰਾ ਕਰ ਦਿੱਤਾ, ਇਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਉਹਦਾ ਵਾਕ ਕਿੱਡਾ ਕੁ ਵੱਡਾ ਵੀ ਜਿਹਦੇ ਨਾਲ ਇਹ ਸਾਰਾ ਹੀ ਪਸਾਰਾ ਪਸਰ ਗਿਆ। ਕੇਵਡ ਕੰਡਾ ਤੋਲ ਤੋਲ ਤੁਲਾਇਆ। ਫਿਰ ਕਿੰਨਾ ਕੁ ਵੱਡਾ ਉਹਦਾ ਤੋਲਣ ਵਾਲਾ ਕੰਡਾ ਹੈ,
ਉਹਦਾ ਤੱਕੜ ਜਿਹੜਾ ਨਾ ਉਹ ਕਿੱਡਾ ਕੁ ਵੱਡਾ ਹੈ, ਇਹ ਵੀ ਨਹੀਂ ਦੱਸਿਆ ਜਾ ਸਕਦਾ। ਤੋਲ ਤੁਲਾਇਆ, ਜਿਹਦੇ ਤੇ ਉਹਨੇ ਤੋਲ ਤੋਲਿਆ, ਉਹਦੇ ਇੱਕ ਵਾਕ ਦੇ ਨਾਲ ਹੀ ਕਿੰਨੇ ਦਰਿਆ ਬਣ ਗਏ, ਪਹਾੜ ਬਣ ਗਏ, ਧਰਤੀਆਂ ਬਣ ਗਈਆਂ, ਸੂਰਜ ਚੰਦ ਬਣ ਗਏ, ਪੂਰੇ ਤੋਲ ਤੋਲ ਕੇ ਬਣਾਏ ਹੈ। ਇਹ ਦੱਸਿਆ ਨਹੀਂ ਜਾ ਸਕਦਾ ਵੀ ਉਹਦਾ ਤੋਲਣ ਵਾਲਾ ਕੰਡਾ ਜਿਹਦੇ ਤੇ ਸਾਰਾ ਤੋਲਿਆ ਹੈ, ਉਹਨੇ ਮਿਣ ਮਿਣ ਕੇ ਬਣਾਏ ਹੈ, ਇਹ ਨਹੀਂ ਦੱਸਿਆ ਜਾ ਸਕਦਾ। ਜਿਵੇਂ ਕੋਈ ਖਾਣ ਵਾਲੀ ਚੀਜ਼ ਬਣਾਈ ਦੀ ਹੈ ਨਾ, ਉਹ 'ਚ ਅਤੇ ਕਿਹੜੀ ਚੀਜ਼ ਦੀ ਕਿੰਨੀ ਮਾਤਰਾ ਪੈਣੀ ਹੈ, ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਨੀ ਹੈ ਤਾਂ ਮਾਤਰਾ ਕਿੰਨੀ ਕਿੰਨੀ ਹੈ, ਪਾਣੀ ਦੀ ਮਾਤਰਾ ਕਿੰਨੀ ਵਧੇਰੇ ਹੈ, ਬਾਕੀ ਸਾਰੀਆਂ ਬਰਾਬਰ ਦੀਆਂ ਨੇ। ਪਰਮਾਤਮਾ ਨੇ ਵੀ ਇੱਥੇ ਪਾਣੀ ਕਿੰਨਾ ਪੈਦਾ ਕਰਨਾ ਹੈ, ਧਰਤੀ ਕਿੰਨੀ ਬਣਾਉਣੀ ਹੈ, ਕਿੰਨਾ ਥਾਂ ਮਾਰੂਥਲ ਵਾਲਾ ਹੈ, ਕਿੰਨੇ ਪਹਾੜ ਬਣਾਉਣੇ ਨੇ, ਕਿੱਥੇ ਬਰਫ਼ ਹੈ, ਕਿੱਥੇ ਨਹੀਂ ਹੈ, ਕਿੱਥੇ ਸਮੁੰਦਰ ਬਣਾਉਣ, ਤੋਲ ਤੋਲ ਕੇ ਸਾਰਾ ਕੁਝ ਬਣਾਇਆ। ਵੀ ਉਹਦਾ ਕੰਡਾ, ਉਹਦਾ ਤੱਕੜ ਕਿੱਡਾ ਕੁ ਵੱਡਾ ਤੋਲਣ ਵਾਲਾ, ਇਹ ਨਹੀਂ ਦੱਸਿਆ ਜਾ ਸਕਦਾ। ਕਰ ਬ੍ਰਹਿਮੰਡ ਕਰੋੜ ਕਵਾਓ ਵਧਾਇਆ, ਅਤੇ ਕਰੋੜਾਂ ਹੀ ਬ੍ਰਹਿਮੰਡਾਂ ਦਾ ਵਾਧਾ ਪਰਮਾਤਮਾ ਨੇ ਵਧਾਇਆ ਆਪਣੇ ਇੱਕ ਕਵਾਓ ਬੋਲ ਨਾਲ। ਕਰ ਬ੍ਰਹਿਮੰਡ ਕਰੋੜ ਕਵਾਓ ਵਧਾਇਆ, ਇੱਕ ਬੋਲ ਦੇ ਨਾਲ ਕਰੋੜਾਂ ਬ੍ਰਹਿਮੰਡਾਂ ਦਾ ਪਸਾਰਾ ਉਹਨੇ ਵਧਾਇਆ ਹੈ। ਲੱਖ ਲੱਖ ਧਰਤ ਆਗਾਸ ਅਧਰ ਧਰਾਇਆ, ਲੱਖਾਂ ਧਰਤੀਆਂ ਉਸਨੇ ਬਣਾਈਆਂ ਨੇ, ਲੱਖਾਂ ਹੀ ਆਕਾਸ਼ ਬਣਾ ਕਰਕੇ ਅਧਰ ਰਹਾਇਆ। ਪਰਮਾਤਮਾ ਨੇ ਇਹ ਜਿਹੜੇ ਆਕਾਸ਼ ਨੇ, ਲੱਖਾਂ ਆਕਾਸ਼, ਇਹ ਬਿਨਾਂ ਆਸਰੇ ਰੱਖੇ ਹੈ, ਇਹਨਾਂ ਥੱਲੇ ਕੋਈ ਥੰਮ ਨਹੀਂ। ਵਿਣ ਥੰਮਾ ਗਗਨ ਰਹਾਇਆ, ਉਹ ਉਹਦੀ ਸ਼ਕਤੀ ਹੈ, ਤਾਕਤ ਹੈ, ਜਿਸ ਨੇ ਸਾਰਾ ਕੁਝ ਆਕਾਸ਼ ਦੇ ਵਿੱਚ ਟਿਕਾਇਆ ਹੈ। ਪੌਣ ਪਾਣੀ ਬੈ ਸੰਤਰ ਲੱਖ ਉਪਾਇਆ, ਲੱਖਾਂ ਪੌਣ, ਲੱਖਾਂ ਹੀ ਪਾਣੀ ਅਤੇ ਲੱਖਾਂ ਹੀ ਬੈਸੰਤਰ ਅਗਨੀਆਂ ਨੂੰ ਪਰਮਾਤਮਾ ਨੇ ਪੈਦਾ ਕੀਤਾ ਹੈ। ਲੱਖ 84 ਹੀ ਜੋਨ ਖੇਲ ਰਚਾਇਆ, 84 ਲੱਖ ਜੂਨਾਂ ਦੀ ਖੇਡ ਵਾਹਿਗੁਰੂ ਨੇ ਰਚਾਈ ਹੈ। ਜੋਨ ਜੋਨ ਜੀ ਜੰਤ ਅੰਤ ਨਾ ਪਾਇਆ, ਫਿਰ ਇੱਕ ਇੱਕ ਜੂਨ ਦੇ ਵਿੱਚ ਕਿੰਨੇ ਕਿੰਨੇ ਜੀਵ ਜੰਤੂ ਹਨ, ਇਹਦਾ ਅੰਤ ਕਿਸੇ ਨੇ ਨਹੀਂ ਪਾਇਆ। ਜਿਵੇਂ ਮਨੁੱਖ ਹੈ ਕਿੰਨੇ ਕੁ ਨੇ, ਪਸ਼ੂ ਉਹ ਕਿੰਨੇ ਕੁ ਨੇ, ਪੰਛੀ, ਇੱਕ ਇੱਕ ਜੂਨ ਦੇ ਵਿੱਚ ਪਰਮਾਤਮਾ ਨੇ ਲੱਖਾਂ ਹੀ ਜੀਵ ਜੰਤੂ ਪੈਦਾ ਕੀਤੇ ਹੈ, ਉਹਦਾ ਕਿਸੇ ਅੰਤ ਨਹੀਂ ਪਾਇਆ। ਅਥਵਾ ਇਸ ਤੁਕ ਦਾ ਅਰਥ ਵਿਦਵਾਨ ਸੱਜਣ ਇਸ ਤਰ੍ਹਾਂ ਵੀ ਕਰਦੇ ਹੈ, ਜੋਨ ਜੋਨ ਜੀ ਜੰਤ ਅੰਤ ਨਾ ਪਾਇਆ, ਵੀ ਜੂਨ ਜੂਨ ਦੇ ਵਿੱਚ ਅੱਗੇ ਜੀ ਪੈਦਾ ਕੀਤੇ ਹੈ। ਜਿਵੇਂ ਕੁੱਤਾ, ਉਹਦੇ ਕੰਨਾਂ ਨੂੰ ਚਿੱਚੜ ਲੱਗੇ ਹੁੰਦੇ, ਉਹ ਵੀ ਤਾਂ ਜੂਨ ਹੀ, ਕੁੱਤਾ ਵੀ ਉਹ ਜੂਨੀ ਹੈ, ਅਤੇ ਚਿੱਚੜ ਲੱਗੇ ਨੇ ਉਹਦੇ ਕੰਨਾਂ ਨੂੰ। ਆਹ ਸਿਰ 'ਚ ਕਈਆਂ ਦੇ ਜੂਆਂ ਪੈ ਜਾਂਦੀਆਂ। ਇਸੇ ਤਰ੍ਹਾਂ ਕਿਰਮ ਚੱਲ ਪੈਂਦੇ ਹੈ। ਤੋ ਜੀਵਾਂ ਦੇ ਵਿੱਚ ਜੀ ਅੱਗੇ, ਕੀਟਾ ਅੰਦਰ ਕੀਟ ਕਰ, ਸੋ ਜੀਵਾਂ ਦੇ ਵਿੱਚ ਜੀਵ। ਸੋ 1 ਜੂਨ ਦੇ ਵਿੱਚ ਅੱਗੇ ਕਿੰਨੇ ਕਿੰਨੇ ਹੋਰ ਜੀਵ ਜੰਤ ਪੈਦਾ ਕੀਤੇ, ਅੰਤ ਨਹੀਂ ਪਾਇਆ ਕਿਸੇ ਨੇ। ਸਿਰ ਸਿਰ ਲੇਖ ਲਿਖਾਏ ਅਲੇਖ ਧਿਆਇਆ, ਅਤੇ ਸਾਰਿਆਂ ਦੇ ਸਿਰ 'ਤੇ ਪਰਮਾਤਮਾ ਨੇ ਲੇਖ ਲਿਖੇ ਹੈ, ਸਾਰੇ ਹੀ ਉਹਦੇ ਲੇਖਾਂ ਵਿੱਚ ਨੇ, ਹਿਸਾਬ ਵਿੱਚ ਨੇ। ਪਰਮਾਤਮਾ ਆਪ ਅਲੇਖ ਹੈ, ਉਹਦੇ ਸਿਰ ਕੋਈ ਲੇਖ ਨਹੀਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ, ਅਸੀਂ ਤਾਂ ਉਸ ਨਿਰੰਕਾਰ ਅਲੇਖ ਨੂੰ ਧਿਆਇਆ ਹੈ, ਉਹਦਾ ਸਿਮਰਨ ਕੀਤਾ ਹੈ। ਤੋ ਵਾਹਿਗੁਰੂ ਦੇ ਸਿਮਰਨ ਦੇ ਨਾਲ ਵਾਹਿਗੁਰੂ ਦੇ ਵਿੱਚ ਅਭੇਦਤਾ ਹੁੰਦੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂ ਵਾਸਤੇ ਸਮੱਤ ਬਖਸ਼ਣੀ ਜੀ। ਜੋਨ ਜੋਨ ਜੀ ਜੰਤ ਅੰਤ ਨਾ ਪਾਇਆ, ਸਿਰ ਸਿਰ ਲੇਖ ਲਿਖਾਏ ਅਲੇਖ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।